ਸਤਿ ਸ਼੍ਰੀ ਅਕਾਲ PNCN ਦੇਖ ਰਹੇ ਹੋ ਤੁਸੀਂ। ਇਸ ਸਮੇਂ ਤੁਹਾਨੂੰ ਅਸੀਂ ਕੁਝ ਕੈਨੇਡਾ ਦੀਆਂ ਖਬਰਾਂ ਦੱਸਾਂਗੇ। ਸਭ ਤੋਂ ਪਹਿਲਾਂ ਇੱਕ ਨਜ਼ਰ ਹੈਡਲਾਈਨਸ ਤੇ। ਸਭ ਤੋਂ ਪਹਿਲਾਂ ਤੁਹਾਨੂੰ ਦੱਸਾਂਗੇ ਜੋ ਬਰੈਂਪਟਨ ਤੋਂ ਇੱਕ ਪੰਜਾਬੀ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਗਿਆ ਜਿਸ ਨੇ ਜਬਰੀ ਇੱਕ ਲੜਕੀ ਦੇ ਨਾਲ ਸਰੀਰਕ ਸੰਬੰਧ ਬਣਾਉਣ ਦੀ ਕੀਤੀ ਕੋਸ਼ਿਸ਼। ਉਸ ਦੀ ਪਛਾਣ ਵੀ ਪੁਲਿਸ ਨੇ ਦੱਸੀ ਹੈ। ਅੱਗੇ ਜਾਣਕਾਰੀ ਜੋ ਅਮਰੀਕੀਆਂ ਨੂੰ ਸਲਾਹ ਦਿੱਤੀ ਗਈ ਹੈ ਕਿ ਕੈਨੇਡਾ ਵਿੱਚ ਕੋਵਿਡ-19 ਦੇ ਜੋ ਹਾਲਾਤ ਬਣੇ ਹੋਏ ਨੇ ਉਸ ਨੂੰ ਦੇਖਦੇ ਹੋਏ ਕੈਨੇਡਾ ਦੇ ਵਾਸਤੇ ਟਰੈਵਲ ਨਾ ਹੀ ਕੀਤਾ ਜਾਵੇ। ਅੱਗੇ ਦੱਸਾਂਗੇ ਕਿ ਕੈਨੇਡੀਅਨ ਫੂਡ ਇੰਸਪੈਕਸ਼ਨ ਏਜੰਸੀ ਨੇ ਹੁਣ ਕਿਹੜੇ ਭੋਜਨ ਦੇ ਪ੍ਰੋਡਕਟ ਮਾਰਕੀਟ ਦੇ ਵਿੱਚੋਂ ਵਾਪਸ ਮੰਗਵਾਏ ਨੇ, ਇਸ ਸੰਬੰਧੀ ਚੇਤਾਵਨੀ ਜਾਰੀ ਕੀਤੀ ਗਈ ਹੈ। ਅੱਗੇ ਜਾਣਕਾਰੀ ਜੋ ਇੱਕ ਮੇਅਰ ਦੇ ਘਰ ਅੱਗੇ ਪ੍ਰਦਰਸ਼ਨ ਕੀਤਾ ਗਿਆ। ਕਾਫੀ ਗਿਣਤੀ ਵਿੱਚ ਪ੍ਰਦਰਸ਼ਨਕਾਰੀ ਕੀ ਕਰ ਰਹੇ ਸੀ ਮੰਗ ਤੇ ਉਸ ਪ੍ਰਦਰਸ਼ਨ ਦੀ ਕਿਉਂ ਹੋ ਰਹੀ ਹੈ ਨਿਖੇਧੀ, ਇਸ ਦੇ ਬਾਰੇ ਵੀ ਖਬਰਾਂ ਵਿੱਚ ਦੱਸਾਂਗੇ। ਇੱਕ ਜਾਲੀ ਟੈਕਸੀ ਨਾਲ ਕਿਸ ਤਰ੍ਹਾਂ ਫਰਾਡ ਕੀਤਾ ਗਿਆ, ਕਰੀਬ $1 ਲੱਖ ਵੱਖੋ ਵੱਖਰੇ ਵਿਅਕਤੀਆਂ ਤੋਂ ਲੁੱਟੇ ਗਏ ਨੇ, ਇਸ ਬਾਰੇ ਪੁਲਿਸ ਨੇ ਲੋਕਾਂ ਨੂੰ ਚੇਤਾਵਨੀ ਦਿੱਤੀ ਹੈ। ਇਸ ਦੇ ਨਾਲ ਹੀ ਬੁਲੇਟਿਨ ਦੀ ਸ਼ੁਰੂਆਤ ਕਰਦੇ ਹਾਂ। ਸਭ ਤੋਂ ਪਹਿਲਾਂ ਤੁਹਾਨੂੰ ਦੱਸਾਂਗੇ ਉਸ ਸ਼ਰਮਨਾਕ ਮਾਮਲੇ ਦੇ ਬਾਰੇ ਜੋ ਕਿ ਬਰੈਂਪਟਨ ਤੋਂ ਸਾਹਮਣੇ ਆਇਆ ਹੈ। ਪੁਲਿਸ ਨੇ ਇਸ ਦੇ ਬਾਰੇ ਦੱਸਿਆ ਕਿ ਇੱਕ 33 ਸਾਲ ਦੇ ਪੰਜਾਬੀ ਵਿਅਕਤੀ ਨੇ ਇੱਕ ਪੀੜਤ ਦੇ ਨਾਲ ਜਿਨਸੀ ਸ਼ੋਸ਼ਣ ਦੀ ਕੋਸ਼ਿਸ਼ ਕੀਤੀ। ਤੁਹਾਨੂੰ ਦੱਸਦੇ ਹਾਂ ਕਿ ਇਹ ਪੂਰਾ ਮਾਮਲਾ। ਪੀਲ ਰੀਜਨਲ ਪੁਲਿਸ ਨੇ ਜਿਨਸੀ ਸ਼ੋਸ਼ਣ ਦੇ ਮਾਮਲੇ ਵਿੱਚ ਇੱਕ 33 ਸਾਲ ਦੇ ਬਰੈਂਪਟਨ ਦੇ ਰਹਿਣ ਵਾਲੇ ਵਿਅਕਤੀ ਮਨਵੀਰ ਸਿੰਘ ਸੰਧੂ ਦੇ ਉੱਤੇ ਮਾਮਲੇ ਦਰਜ ਕੀਤੇ ਨੇ। ਦਰਅਸਲ ਦਸੰਬਰ 31, 2021 ਨੂੰ ਰਾਤ ਦੇ 10 ਵਜੇ ਸ਼ੁੱਕਰਵਾਰ ਨੂੰ ਇੱਕ ਮਾਮਲਾ ਸਾਹਮਣੇ ਆਇਆ ਜਦੋਂ ਪੀਟਰ ਰੋਬਰਟਸਨ ਬੁਲੇਵਾਰਡ ਖੇਤਰ ਵਿੱਚ ਬਰੈਂਪਟਨ ਦੇ ਅੰਦਰ ਇੱਕ ਲੜਕੀ ਜੋ ਤੁਰੀ ਜਾ ਰਹੀ ਸੀ ਉਸ ਨੂੰ ਪਿੱਛੇ ਤੋਂ ਆ ਕੇ ਮਨਵੀਰ ਸਿੰਘ ਨੇ ਬੁਲਾਇਆ ਤੇ ਉਸ ਦੇ ਨਾਲ ਸਰੀਰਕ ਸੰਬੰਧ ਜਬਰੀ ਬਣਾਉਣ ਦੀ ਕੋਸ਼ਿਸ਼ ਕੀਤੀ, ਜਿਸ ਤੋਂ ਬਾਅਦ ਮੌਕੇ ਤੋਂ ਉਹ ਚੱਲਿਆ ਵੀ ਗਿਆ। ਜਦੋਂ ਉਸ ਲੜਕੀ ਨੇ ਰੌਲਾ ਪਾਇਆ, ਜਾਂਚ ਟੀਮ ਨੇ ਉਸ ਵਿਅਕਤੀ ਦੀ ਪਛਾਣ ਮਨਵੀਰ ਸਿੰਘ ਸੰਧੂ ਵਜੋਂ ਕਰਦੇ ਹੋਏ ਇਸ ਦੇ ਬਾਰੇ ਪੂਰੀ ਜਾਣਕਾਰੀ ਦਿੱਤੀ ਹੈ। ਸ਼ਨੀਵਾਰ ਜਨਵਰੀ 9, 2022 ਨੂੰ ਮਨਵੀਰ ਸਿੰਘ ਸੰਧੂ ਨੂੰ ਗ੍ਰਿਫਤਾਰ ਕਰ ਲਿਆ ਗਿਆ ਤੇ ਉਸ ਦੇ ਉੱਤੇ ਜਿਨਸੀ ਸ਼ੋਸ਼ਣ ਨਾਲ ਸੰਬੰਧਿਤ ਮਾਮਲਾ ਦਰਜ ਕੀਤਾ ਗਿਆ ਹੈ, ਜਿਸ ਨੂੰ ਕਿ ਅਦਾਲਤ ਵਿੱਚ ਵੀ 9 ਜਨਵਰੀ 2022 ਨੂੰ ਹੀ ਪੇਸ਼ ਕੀਤਾ ਗਿਆ ਓਨਟਾਰੀਓ ਕੋਰਟ ਆਫ ਜਸਟਿਸ ਬਰੈਂਪਟਨ ਦੇ ਵਿੱਚ। ਇਸ ਮਾਮਲੇ ਬਾਰੇ ਜੇਕਰ ਕਿਸੇ ਹੋਰ ਨੂੰ ਕੋਈ ਜਾਣਕਾਰੀ ਹੋਵੇ ਤਾਂ ਪੀਲ ਪੁਲਿਸ ਨਾਲ ਸੰਪਰਕ ਕੀਤਾ ਜਾ ਸਕਦਾ ਹੈ 905 453 2121 ਦੇ ਉੱਤੇ ਐਕਸਟੈਂਸ਼ਨ 2233 ਦੀ ਵਰਤੋਂ ਕਰਕੇ। ਹੁਣ ਰੁਖ ਅਗਲੀ ਖਬਰ ਦੇ ਵੱਲ ਕਰਦੇ ਹਾਂ। ਇਸ ਸਮੇਂ ਕੈਨੇਡਾ ਦੇ ਵਿੱਚ ਕੋਵਿਡ-19 ਦੇ ਕਰਕੇ ਜੋ ਹਾਲਾਤ ਬਣੇ ਹੋਏ ਨੇ, ਅੰਕੜੇ ਲਗਾਤਾਰ ਕੁਝ ਅਜਿਹੇ ਸਾਹਮਣੇ ਆ ਰਹੇ ਨੇ ਜਿਸ ਨੂੰ ਕਿ ਚਿੰਤਾਜਨਕ ਦੱਸਿਆ ਜਾ ਰਿਹਾ ਹੈ, ਜਿਸ ਦੇ ਨਾਲ ਨਿਤ ਹਜ਼ਾਰਾਂ ਦੀ ਗਿਣਤੀ ਵਿੱਚ ਕੋਵਿਡ-19 ਦੇ ਨਵੇਂ ਮਾਮਲੇ ਜਿੱਥੇ ਇੱਕ ਪਾਸੇ ਸਾਹਮਣੇ ਆ ਰਹੇ ਨੇ ਤਾਂ ਨਾਲ ਹੀ ਮੌਤਾਂ ਦੀ ਗਿਣਤੀ ਵੀ ਪਹਿਲਾਂ ਨਾਲੋਂ ਵੱਧਦੀ ਹੀ ਦਿਖਾਈ ਦੇ ਰਹੀ ਹੈ, ਜਿਸ ਦੇ ਬਾਰੇ ਅਧਿਕਾਰੀ ਰੋਜ਼ ਦੀ ਰੋਜ਼ ਅੰਕੜੇ ਦੱਸਦੇ ਨੇ। ਤੇ ਇਸੇ ਦੇ ਬਾਰੇ ਜੋ ਤਾਜ਼ਾ ਅੰਕੜੇ ਵੀ ਦੱਸੇ ਗਏ ਨੇ, ਕੈਨੇਡਾ ਭਰ ਤੋਂ 2400 ਤੋਂ ਵੱਧ ਮਾਮਲੇ ਦਸੰਬਰ 10 ਨੂੰ ਰਿਪੋਰਟ ਕੀਤੇ ਗਏ ਨੇ, ਜੋ ਕਿ ਕੈਨੇਡਾ ਭਰ ਤੋਂ ਕੀਤੇ ਗਏ ਨੇ। ਤੇ ਇਸ ਦੇ ਨਾਲ ਜੋ ਅਮਰੀਕਾ ਨੇ ਟਰੈਵਲ ਐਡਵਾਈਜ਼ਰੀ ਜਾਰੀ ਕਰ ਦਿੱਤੀ ਹੈ ਉਸ ਦੇ ਬਾਰੇ ਤੁਹਾਨੂੰ ਦੱਸਾਂਗੇ ਕਿ ਕੈਨੇਡਾ ਵਿੱਚ ਟਰੈਵਲ ਕਰਨ ਦੇ ਵਾਸਤੇ ਅਮਰੀਕੀਆਂ ਨੂੰ ਉੱਥੋਂ ਦੇ ਇੱਕ ਵਿਭਾਗ ਨੇ ਕੀ ਕਿਹਾ ਹੈ। ਅਮਰੀਕਾ ਦੇ ਸੈਂਟਰਸ ਫਾਰ ਡਿਸੀਜ਼ ਕੰਟਰੋਲ ਪ੍ਰੀਵੈਂਸ਼ਨ ਵਿਭਾਗ ਨੇ ਸੋਮਵਾਰ ਨੂੰ ਸਲਾਹ ਦਿੱਤੀ ਹੈ ਅਮਰੀਕੀ ਵਾਸੀਆਂ ਨੂੰ ਕਿ ਉਹ ਕੈਨੇਡਾ ਵਾਸਤੇ ਟਰੈਵਲ ਨਾ ਕਰਨ, ਜੋ ਕੋਵਿਡ-19 ਦੇ ਮਾਮਲੇ ਕੈਨੇਡਾ ਵਿੱਚ ਜ਼ਿਆਦਾ ਪਾਏ ਜਾ ਰਹੇ ਨੇ। ਉਸ ਕਰਕੇ CDC ਨੇ ਜੋ ਟਰੈਵਲ ਦੇ ਵਾਸਤੇ ਹੀ ਸਲਾਹ ਦਿੱਤੀ ਹੈ ਉਸ ਨੂੰ ਲੈਵਲ 4 ਦੀ ਸਲਾਹ ਦਿੱਤਾ ਗਿਆ, ਯਾਨੀ ਕਿ ਕਾਫੀ ਜ਼ਿਆਦਾ ਰਿਸਕ ਵਿੱਚ ਇਸ ਨੂੰ ਮੰਨਿਆ ਜਾਂਦਾ ਹੈ। ਜੋ ਕੈਨੇਡਾ ਟਰੈਵਲ ਕਰਨ ਦੇ ਵਾਸਤੇ ਅਮਰੀਕੀ ਵਾਸੀ ਇਸ ਸਮੇਂ ਪਲਾਨ ਬਣਾ ਰਹੇ ਹੋਣ ਉਹਨਾਂ ਦੇ ਵਾਸਤੇ ਕਿਹਾ ਗਿਆ ਹੈ ਕਿ ਉਹ ਆਪਣੇ ਪਲਾਨ ਰੱਦ ਕਰ ਦੇਣ ਤੇ ਨਾਲ ਹੀ ਕੈਨੇਡਾ ਵਿੱਚ ਟਰੈਵਲ ਕਰਨ ਦੇ ਬਾਰੇ ਇਸ ਸਮੇਂ ਵਿਚਾਰ ਨਾ ਕੀਤਾ ਜਾਵੇ। ਇਸ ਸਮੇਂ ਅਮਰੀਕਾ ਦੀ CDC ਸੂਚੀ ਦੇ ਵਿੱਚ ਕਰੀਬ 80 ਥਾਵਾਂ ਨੇ ਦੁਨੀਆ ਭਰ ਤੋਂ ਜਿਨ੍ਹਾਂ ਦੇ ਲਈ ਲੈਵਲ 4 ਦੀ ਚੇਤਾਵਨੀ ਜਾਰੀ ਹੈ, ਜਿਸ ਦੇ ਵਿੱਚ ਸੋਮਵਾਰ ਨੂੰ ਨਵੀਂ ਅਪਡੇਟ ਕੀਤੀ ਗਈ ਹੈ ਤੇ ਕੈਨੇਡਾ ਨੂੰ ਸੂਚੀ ਵਿੱਚ ਸ਼ਾਮਲ ਕੀਤਾ ਗਿਆ ਹੈ। ਇਸ ਤੋਂ ਪਹਿਲਾਂ ਅਮਰੀਕਾ ਨੇ ਨਵੰਬਰ ਵਿੱਚ ਹਦਾਇਤਾਂ ਨੂੰ ਹਟਾ ਦਿੱਤਾ ਸੀ ਲੈਂਡ ਬਾਰਡਰਸ ਦੇ ਵਾਸਤੇ, ਜੋ ਕੈਨੇਡਾ ਤੇ ਮੈਕਸੀਕੋ ਦੇ ਲਈ ਕਿ ਜੋ ਫੁੱਲੀ ਵੈਕਸੀਨੇਟਡ ਪ੍ਰਵਾਸੀ ਨੇ ਉਹ ਦੇਸ਼ ਦੇ ਵਿੱਚ ਆ ਸਕਦੇ ਨੇ ਲੈਂਡ ਬਾਰਡਰਸ ਦੇ ਰਾਹੀਂ। ਜੋ ਮਾਰਚ 2020 ਨੂੰ ਕੋਵਿਡ-19 ਦੇ ਕਰਕੇ ਹਦਾਇਤਾਂ ਲਾਈਆਂ ਸਨ, ਉਸ ਤੋਂ ਬਾਅਦ ਇਹ ਢਿੱਲ ਦਿੱਤੀ ਗਈ ਸੀ, ਪਰ ਇਸ ਸਮੇਂ ਮੁੜ ਤੋਂ ਮੰਨਿਆ ਜਾ ਰਿਹਾ ਹੈ ਕਿ ਬਾਰਡਰ ਦੇ ਉੱਤੇ ਵੀ ਸਖਤੀ ਕੀਤੀ ਜਾ ਸਕਦੀ ਹੈ। ਪਰ ਕੈਨੇਡਾ ਸਰਕਾਰ ਨੇ ਫਿਲਹਾਲ ਇਸ ਦੇ ਉੱਤੇ ਆਪਣਾ ਕੋਈ ਵੀ ਪ੍ਰਤੀਕਰਮ ਨਹੀਂ ਦਿੱਤਾ ਹੈ। ਇੱਥੋਂ ਦੱਸ ਦਈਏ ਕਿ ਕੈਨੇਡਾ ਤੋਂ ਬਾਰਡਰ ਸਰਵਿਸ ਅਧਿਕਾਰੀ ਤੇ ਨਾਲ ਹੀ ਕੈਨੇਡਾ ਸਰਕਾਰ ਨੇ ਜਿਵੇਂ ਪਹਿਲਾਂ ਵੀ ਇੰਟਰਨੈਸ਼ਨਲ ਟਰੈਵਲ ਦੇ ਵਾਸਤੇ ਕੈਨੇਡਾ ਵਾਸੀਆਂ ਦੇ ਲਈ ਐਡਵਾਈਜ਼ਰੀ ਜਾਰੀ ਕੀਤੀ ਹੋਈ ਹੈ, ਤਾਂ ਇਸ ਤੋਂ ਬਾਅਦ ਅਧਿਕਾਰੀਆਂ ਦੇ ਵੱਲੋਂ ਹੁਣ ਇਹ ਵੀ ਕਿਹਾ ਜਾ ਰਿਹਾ ਹੈ ਕਿ ਇੱਕਦਮ
ਟਰੈਵਲ ਦੇ ਉੱਤੇ ਰੋਕ ਵੀ ਲਗਾਈ ਜਾ ਸਕਦੀ ਹੈ। ਇਸ ਸੰਬੰਧੀ ਕੋਈ ਹੋਰ ਫੈਸਲਾ ਵੀ ਛੇਤੀ ਆ ਸਕਦਾ ਹੈ, ਜਿਸ ਨੂੰ ਲੈ ਕੇ ਜੇਕਰ ਗੈਰ ਜ਼ਰੂਰੀ ਹੈ ਤਾਂ ਟਰੈਵਲ ਨਾ ਕੀਤਾ ਜਾਵੇ, ਤਾਂ ਕਿ ਕੋਈ ਵੀ ਕੈਨੇਡਾ ਵਾਸੀ ਕਿਸੇ ਹੋਰ ਦੇਸ਼ ਦੇ ਵਿੱਚ ਫਸ ਨਾ ਜਾਵੇ। ਕਿਉਂਕਿ ਬੇਸ਼ੱਕ ਉਹ ਕੈਨੇਡੀਅਨ ਸਿਟੀਜ਼ਨ ਹੋਵੇ ਜਾਂ ਫਿਰ PR ਹੋਵੇ, ਉਹ ਕੈਨੇਡਾ ਵਿੱਚ ਵਾਪਸ ਤਾਂ ਆ ਸਕੇਗਾ, ਪਰ ਇਹ ਵੀ ਹੈ ਕਿ ਜਿਸ ਦੇਸ਼ ਦੇ ਵਿੱਚ ਉਹ ਜਾਂਦਾ ਹੈ ਉਸ ਦੇ ਵਾਸਤੇ ਜੇਕਰ ਫਲਾਈਟਾਂ ਹੀ ਬੰਦ ਕਰ ਦਿੱਤੀਆਂ ਜਾਣ ਤਾਂ ਇਸ ਨੂੰ ਲੈ ਕੇ ਦਿੱਕਤ ਦਾ ਸਾਹਮਣਾ ਕੀਤਾ ਜਾ ਸਕਦਾ ਹੈ, ਜਾਂ ਫਿਰ ਉਸ ਦੇਸ਼ ਦੇ ਵਿੱਚ ਵੀ ਲੋਕਡਾਊਨ ਲਗਾਇਆ ਜਾ ਸਕਦਾ ਹੈ। ਕਿਉਂਕਿ ਇਸ ਸਮੇਂ ਓਮਿਕਰੋਨ ਵੇਰੀਐਂਟ ਤੇ ਡੈਲਟਾ ਵੇਰੀਐਂਟ ਦੇ ਮਾਮਲੇ ਕੋਵਿਡ-19 ਦੇ ਜੋ ਰਿਪੋਰਟ ਕੀਤੇ ਜਾ ਰਹੇ ਨੇ, ਨਾ ਉਹ ਸਿਰਫ ਇੱਕ ਦੇਸ਼ ਦਾ ਜਾਂ ਦੋ ਦੇਸ਼, ਸਗੋਂ ਦੁਨੀਆ ਭਰ ਤੋਂ ਕੁਝ ਇਸੇ ਤਰ੍ਹਾਂ ਸਾਹਮਣੇ ਆ ਰਹੇ ਨੇ। ਦੁਨੀਆ ਭਰ ਤੋਂ ਦੇਸ਼ ਵੱਖੋ ਵੱਖਰੀਆਂ ਹਦਾਇਤਾਂ ਇਸ ਸਮੇਂ ਲਗਾ ਰਹੇ ਨੇ, ਜਿਸ ਨੂੰ ਲੈ ਕੇ ਇਹੋ ਬਾਰ-ਬਾਰ ਕਿਹਾ ਜਾ ਰਿਹਾ ਹੈ ਕਿ ਤੁਸੀਂ ਇਸ ਸਮੇਂ ਜੇਕਰ ਜ਼ਰੂਰੀ ਨਹੀਂ ਹੈ ਤਾਂ ਟਰੈਵਲ ਨਾ ਕਰੋ। ਕਿਉਂਕਿ ਵੱਖੋ ਵੱਖਰੇ ਦੇਸ਼ਾਂ ਨੇ ਇਸ ਸਮੇਂ ਟਰੈਵਲ ਸੰਬੰਧੀ ਸ਼ਰਤਾਂ ਵੀ ਕਈ ਰੱਖ ਦਿੱਤੀਆਂ ਨੇ। ਜਦੋਂ ਤੁਸੀਂ ਟਰੈਵਲ ਕਰਕੇ ਇੱਕ ਥਾਂ ਤੋਂ ਦੂਜੀ ਥਾਂ ਪਹੁੰਚਦੇ ਹੋ ਤਾਂ ਹੋ ਸਕਦਾ ਹੈ ਉੱਥੇ ਉਸ ਸਮੇਂ ਦੇ ਦਰਮਿਆਨ ਹੀ ਉਸ ਸ਼ਰਤਾਂ ਵਿੱਚ ਤਬਦੀਲੀ ਹੋਈ ਹੋਵੇ ਜਿਹੜੇ ਸਮੇਂ ਤੁਸੀਂ ਟਰੈਵਲ ਕਰ ਰਹੇ ਹੋਵੋ, ਤੇ ਜਦੋਂ ਤੁਸੀਂ ਉੱਥੇ ਪਹੁੰਚੋ ਤਾਂ ਉੱਥੇ ਜਾ ਕੇ ਤੁਹਾਨੂੰ ਚੁਣੌਤੀਆਂ ਦਾ ਸਾਹਮਣਾ ਕਰਨਾ ਪਵੇ। ਤੇ ਅਜਿਹਾ ਨਾ ਹੋਵੇ ਤਾਂ ਇਸ ਦੇ ਲਈ ਧਿਆਨ ਦਿੱਤਾ ਜਾਵੇ ਕਿ ਗੈਰ ਜ਼ਰੂਰੀ ਟਰੈਵਲ ਇਸ ਸਮੇਂ ਨਾ ਹੀ ਕੀਤਾ ਜਾਵੇ, ਤੇ ਇਸੇ ਸੰਬੰਧੀ ਸਲਾਹ ਦਿੱਤੀ ਜਾ ਰਹੀ ਹੈ। ਤੇ ਇਸ ਨੂੰ ਲੈ ਕੇ ਵੀ ਕਿਹਾ ਜਾ ਰਿਹਾ ਹੈ ਕਿ ਕੋਈ ਐਲਾਨ ਵੀ ਇਸ ਬਾਰੇ ਛੇਤੀ ਹੀ ਕੀਤਾ ਜਾ ਸਕਦਾ ਹੈ। ਇਸ ਨਾਲ ਹੀ ਹੁਣ ਅਗਲੀ ਖਬਰ ਦੇ ਵੱਲ ਰੁਕ ਕਰਾਂਗੇ, ਜੋ ਕੈਨੇਡੀਅਨ ਫੂਡ ਇੰਸਪੈਕਸ਼ਨ ਏਜੰਸੀ ਨੇ ਇੱਕ ਹੋਰ ਭੋਜਨ ਦੇ ਪ੍ਰੋਡਕਟ ਨੂੰ ਲੈ ਕੇ ਚੇਤਾਵਨੀ ਦਿੱਤੀ ਹੈ। ਉਸ ਦੇ ਵੱਲ ਕੈਨੇਡੀਅਨ ਫੂਡ ਇੰਸਪੈਕਸ਼ਨ ਏਜੰਸੀ ਨੇ ਚੇਤਾਵਨੀ ਦਿੱਤੀ ਹੈ ਤੇ ਸਿਲੈਕਸ਼ਨ ਬ੍ਰਾਂਡ ਦੇ ਅਧੀਨ ਵੇਚੇ ਗਏ ਕੁਇਕ ਫਰਾਈ ਹੈਸ਼ ਬਰਾਊਨਸ ਦੀ ਪੈਕਿੰਗ 1 ਕਿਲੋ ਦੀ ਵਾਪਸ ਮੰਗਵਾਈ ਗਈ ਹੈ, ਜਿਸ ਦੇ ਉੱਤੇ ਲੋਟ 21-342 ਲਿਖੀ ਹੋਈ ਹੈ। ਬੈਸਟ ਬਿਫੋਰ 2023 ਦਸੰਬਰ 8 ਲਿਖਿਆ ਹੋਇਆ ਹੈ ਤੇ UPC 059749942973 ਲਿਖਿਆ ਹੋਇਆ ਹੈ। ਜਦੋਂ ਚੇਤਾਵਨੀ ਦਿੱਤੀ ਗਈ ਹੈ ਤਾਂ ਕਿਹਾ ਗਿਆ ਹੈ ਕਿ ਇਸ ਦੀ ਵਿਕਰੀ ਕਿਊਬੈਕ ਤੇ ਓਨਟਾਰੀਓ ਵਿੱਚ ਹੋਈ ਹੈ। ਕੁਇਕ ਫਰਾਈ ਹੈਸ਼ ਬਰਾਊਨਸ ਦੇ ਵਿੱਚ ਪਲਾਸਟਿਕ ਦੇ ਟੁਕੜੇ ਪਾਏ ਗਏ ਨੇ, ਜਿਸ ਕਰਕੇ ਇਸ ਨੂੰ ਮਾਰਕੀਟ ਵਿੱਚੋਂ ਵਾਪਸ ਮੰਗਵਾਇਆ ਗਿਆ ਹੈ। ਜਿਸ ਦੇ ਬਾਰੇ ਕਿਹਾ ਗਿਆ ਕਿ ਜੇਕਰ ਤੁਸੀਂ ਇਹ ਹੈਸ਼ ਬਰਾਊਨ ਆਪਣੇ ਘਰ ਦੇ ਵਿੱਚ ਲਿਆਂਦੇ ਨੇ ਤਾਂ ਇਹਨਾਂ ਨੂੰ ਸੁੱਟ ਦਿੱਤਾ ਜਾਵੇ, ਜਾਂ ਫਿਰ ਜਿੱਥੇ ਤੋਂ ਖਰੀਦੇ ਸਨ ਉੱਥੇ ਵਾਪਸ ਕਰ ਦਿੱਤਾ ਜਾਵੇ, ਤੁਹਾਨੂੰ ਉਸ ਦਾ ਰੀਫੰਡ ਵੀ ਹੋ ਜਾਵੇਗਾ। ਦਰਅਸਲ ਜੇਕਰ ਕਿਸੇ ਦੇ ਵੱਲੋਂ ਇਹਨਾਂ ਨੂੰ ਖਾ ਲਿਆ ਜਾਂਦਾ ਹੈ ਤਾਂ ਉਹ ਬਿਮਾਰ ਹੋ ਸਕਦਾ ਹੈ, ਕਿਉਂਕਿ ਪਲਾਸਟਿਕ ਦੇ ਟੁਕੜੇ ਇਸ ਦੇ ਵਿੱਚ ਪਾਏ ਗਏ ਨੇ, ਜੋ ਕਿ ਸਿਹਤ ਦੇ ਲਈ ਬੇਹੱਦ ਹਾਨੀਕਾਰਕ ਹੈ। ਤਾਂ ਉਧਰ ਜਿਵੇਂ ਕਿ ਕੈਨੇਡਾ ਵਿੱਚ ਕੋਵਿਡ-19 ਨੂੰ ਲੈ ਕੇ ਹਦਾਇਤਾਂ ਸਖਤ ਕੀਤੀਆਂ ਜਾ ਰਹੀਆਂ ਨੇ, ਤਾਂ ਇਹਨਾਂ ਹਦਾਇਤਾਂ ਦਾ ਵਿਰੋਧ ਕਰਨ ਵਾਲੇ ਵੀ ਲਗਾਤਾਰ ਪ੍ਰਦਰਸ਼ਨਾਂ ਨੂੰ ਹੋਰ ਤੇਜ਼ ਕਰ ਰਹੇ ਨੇ। ਇਸੇ ਸੰਬੰਧੀ ਕੈਲਗਰੀ ਤੋਂ ਤਾਜ਼ਾ ਪ੍ਰਦਰਸ਼ਨ ਦੀਆਂ ਤਸਵੀਰਾਂ ਸਾਹਮਣੇ ਆਈਆਂ, ਜਿਸ ਦੇ ਬਾਰੇ ਹੁਣ ਤੁਹਾਨੂੰ ਦੱਸਾਂਗੇ। ਕੈਲਗਰੀ ਵਿੱਚ ਦੂਜੇ ਰਾਜਨੀਤਿਕ ਆਗੂ ਦੇ ਘਰ ਦੇ ਅੱਗੇ ਪ੍ਰਦਰਸ਼ਨ ਦਾ ਮਾਮਲਾ ਸਾਹਮਣੇ ਆਇਆ ਹੈ। ਕੈਲਗਰੀ ਦੀ ਮੇਅਰ ਜੋਤੀ ਗੋਂਡੈਕ ਦੇ ਘਰ ਦੇ ਅੱਗੇ ਕਾਫੀ ਗਿਣਤੀ ਵਿੱਚ ਐਤਵਾਰ ਨੂੰ ਪ੍ਰਦਰਸ਼ਨਕਾਰੀ ਆਏ, ਜੋ ਕਿ ਕੋਵਿਡ-19 ਦੀਆਂ ਹਦਾਇਤਾਂ ਦਾ ਵਿਰੋਧ ਕਰ ਰਹੇ ਸਨ। ਕੋਵਿਡ-19 ਦੇ ਟੀਕੇ ਨੂੰ ਲਾਜ਼ਮੀ ਨਾ ਕੀਤੇ ਜਾਣ ਦੀ ਮੰਗ ਕੀਤੀ ਜਾ ਰਹੀ ਸੀ। ਇਸ ਮੌਕੇ ਜੋ ਇਹ ਪ੍ਰਦਰਸ਼ਨ ਕੀਤਾ ਗਿਆ, ਉਸ ਤੋਂ ਬਾਅਦ ਕੈਲਗਰੀ ਪੁਲਿਸ ਨੇ ਦੱਸਿਆ ਕਿ ਉਹ ਵੀ ਮੌਕੇ ਦੇ ਉੱਤੇ ਪਹੁੰਚੇ, ਪਰ ਕੋਈ ਗ੍ਰਿਫਤਾਰੀ ਉਹਨਾਂ ਨੇ ਨਹੀਂ ਕੀਤੀ। ਤੇ ਨਾਲ ਹੀ ਸੋਮਵਾਰ ਨੂੰ ਐਲਬਰਟਾ ਦੇ ਪ੍ਰੀਮੀਅਰ ਜੇਸਨ ਕੇਨੀ ਨੇ ਇਸ ਪ੍ਰਦਰਸ਼ਨ ਦਾ ਵਿਰੋਧ ਕੀਤਾ। ਉਹ ਇਸ ਕਰਕੇ ਉਹਨਾਂ ਨੇ ਕਿਹਾ ਕਿ ਪ੍ਰਦਰਸ਼ਨਕਾਰੀਆਂ ਨੂੰ ਹੋਰ ਵੀ ਬਹੁਤ ਸਾਰੇ ਮੌਕੇ ਮਿਲਦੇ ਨੇ ਜਿੱਥੇ ਕਿ ਉਹ ਪ੍ਰਦਰਸ਼ਨ ਕਰ ਸਕਦੇ ਨੇ, ਪਰ ਅਜਿਹੇ ਵਿੱਚ ਸਰਕਾਰੀ ਅਧਿਕਾਰੀਆਂ ਦੇ ਜਿੱਥੇ ਉਹ ਰਹਿੰਦੇ ਨੇ ਉਹਨਾਂ ਦੇ ਪਰਿਵਾਰਕ ਮੈਂਬਰਾਂ ਨੂੰ ਦਿੱਕਤ ਦਾ ਸਾਹਮਣਾ ਕਰਨਾ ਪੈਂਦਾ ਤੇ ਨਾਲ ਹੀ ਗੁਆਂਢੀਆਂ ਨੂੰ ਵੀ, ਜੋ ਕਿ ਗਲਤ ਹੈ। ਇਸ ਦੇ ਬਾਰੇ ਦਾਅਵਾ ਕਰਦੇ ਹੋਏ ਉਹਨਾਂ ਨੇ ਕਿਹਾ ਕਿ ਅਜਿਹਾ ਨਾ ਕੀਤਾ ਜਾਵੇ ਤੇ ਉਹਨਾਂ ਨੇ ਇਸ ਪ੍ਰਦਰਸ਼ਨ ਦੀ ਨਿਖੇਧੀ ਕੀਤੀ। ਇਸ ਤੋਂ ਪਹਿਲਾਂ ਐਲਬਰਟਾ ਦੇ ਸਿਹਤ ਮੰਤਰੀ ਦੇ ਘਰ ਅੱਗੇ ਵੀ ਕੁਝ ਇਸੇ ਤਰ੍ਹਾਂ ਪ੍ਰਦਰਸ਼ਨ ਕੀਤਾ ਗਿਆ ਸੀ, ਜਿਸ ਦੇ ਵਿੱਚ ਕਰੀਬ 50 ਵਿਅਕਤੀ ਪਹੁੰਚੇ ਸਨ, ਜਿਨ੍ਹਾਂ ਨੇ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ ਸੀ ਘਰ ਦੇ ਅੱਗੇ, ਜਿਸ ਦੇ ਵਿੱਚ ਅਧਿਕਾਰੀਆਂ ਦੇ ਵੱਲੋਂ ਨਿਖੇਧੀ ਕੀਤੀ ਜਾ ਰਹੀ ਹੈ ਕਿ ਅਜਿਹਾ ਕਰਨ ਦੇ ਨਾਲ ਪਰਿਵਾਰਾਂ ਨੂੰ ਦਿੱਕਤ ਦਾ ਸਾਹਮਣਾ ਕਰਨਾ ਪੈਂਦਾ ਹੈ, ਜੋ ਨਹੀਂ ਹੋਣਾ ਚਾਹੀਦਾ। ਅੱਗੇ ਜਾਣਕਾਰੀ ਓਨਟਾਰੀਓ ਦੇ ਵਿੱਚ ਖਾਸ ਤੌਰ ਦੇ ਉੱਤੇ ਲੰਡਨ 'ਚ ਰਹਿਣ ਵਾਲਿਆਂ ਵਾਸਤੇ ਹੈ ਕਿ ਉੱਥੇ ਇੱਕ ਅਜਿਹੇ ਫਰਾਡ ਦਾ ਮਾਮਲਾ ਸਾਹਮਣੇ ਆਇਆ ਜਿਸ ਦੇ ਵਿੱਚ ਕਰੀਬ $1 ਲੱਖ ਵੱਖੋ ਵੱਖਰੇ ਲੋਕਾਂ ਤੋਂ ਠੱਗ ਲਿਆ ਗਿਆ। ਕਿਵੇਂ ਤੇ ਇਸ ਦੇ ਬਾਰੇ ਪੁਲਿਸ ਨੇ ਕੀ ਦਿੱਤੀ ਹੈ ਚੇਤਾਵਨੀ, ਉਹ ਤੁਹਾਨੂੰ ਇਸ ਰਿਪੋਰਟ ਵਿੱਚ ਦਿਖਾਉਂਦੇ ਹਾਂ। ਓਨਟਾਰੀਓ ਦੇ ਲੰਡਨ ਵਿੱਚ ਪੁਲਿਸ ਆਮ ਲੋਕਾਂ ਨੂੰ ਚੇਤਾਵਨੀ ਦੇ ਰਹੀ ਹੈ ਤੇ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਗਈਆਂ ਨੇ। ਸਿਲਵਰ ਰੰਗ ਦੀ ਨਿਸਾਨ ਸੈਡਾਨ ਗੱਡੀ ਹੈ, ਜਿਸ ਦੇ ਉੱਤੇ ਟੈਕਸੀ ਵੀ ਲਿਖਿਆ ਹੋਇਆ ਹੈ। ਦਰਅਸਲ ਇੱਕ ਯਾਤਰੀ ਤੇ ਉਸ ਟੈਕਸੀ ਡਰਾਈਵਰ ਦੇ ਵੱਲੋਂ ਲੋਕਾਂ ਨੂੰ ਮੂਰਖ ਬਣਾ ਕੇ ਪੈਸੇ ਠੱਗੇ ਜਾ ਰਹੇ ਨੇ, ਜਦਕਿ ਉਹ ਜਾਲੀ ਟੈਕਸੀ ਹੈ, ਜਿਸ ਦੇ ਬਾਰੇ ਪੁਲਿਸ ਨੇ ਪੂਰੀ ਜਾਣਕਾਰੀ ਦਿੰਦੇ ਹੋਏ ਦੱਸਿਆ ਹੈ ਕਿ ਜੋ ਕਿ ਸੜਕ ਦੇ ਉੱਤੇ ਆਮ ਲੋਕ ਜਾਂਦੇ ਨੇ, ਉਹਨਾਂ ਦੇ ਨਾਲ ਇਸ ਟੈਕਸੀ ਦੇ ਖੁਦ ਨੂੰ ਯਾਤਰੀ ਦੱਸਦੇ ਹੋਏ ਵਿਅਕਤੀ ਦੇ ਵੱਲੋਂ ਸੰਪਰਕ ਕੀਤਾ ਜਾਂਦਾ ਹੈ ਤੇ ਉਹ ਕਹਿੰਦਾ ਹੈ ਕਿ ਟੈਕਸੀ ਦਾ ਡਰਾਈਵਰ ਕੈਸ਼ ਨਹੀਂ ਲੈ ਰਿਹਾ ਕੋਵਿਡ-19 ਦੇ ਕਰਕੇ, ਜੇਕਰ ਉਹ ਮਦਦ ਕਰ ਦੇਣ ਤਾਂ ਉਹ ਉਹਨਾਂ ਨੂੰ ਕੈਸ਼ ਦੇ ਦੇਵੇਗਾ ਤੇ ਜਿਹੜੇ ਉਹ ਰਾਹ ਜਾਂਦੇ ਵਿਅਕਤੀ ਨੇ ਜਿਨ੍ਹਾਂ ਨੂੰ ਲੁੱਟਿਆ ਗਿਆ ਹੈ, ਉਹ ਆਪਣੇ ਡੈਬਿਟ ਕਾਰਡ ਦੀ ਵਰਤੋਂ ਦੇ ਨਾਲ ਟੈਕਸੀ ਡਰਾਈਵਰ ਨੂੰ
ਪੈਸੇ ਦੇ ਦੇਣ। ਜਦੋਂ ਵੀ ਉਹ ਵਿਅਕਤੀ ਮਦਦ ਕਰਦੇ ਨੇ ਉਸ ਤੋਂ ਬਾਅਦ ਉਹ ਯਾਤਰੀ ਉਹਨਾਂ ਨੂੰ ਕੈਸ਼ ਦੇ ਦਿੰਦਾ ਏ, ਪਰ ਬਾਅਦ ਵਿੱਚ ਜਿਹੜੇ ਮਦਦ ਕਰਨ ਵਾਲੇ ਨੇ ਉਹਨਾਂ ਨੇ ਪਾਇਆ ਕਿ ਉਹਨਾਂ ਦੇ ਅਕਾਊਂਟ ਵਿੱਚੋਂ ਕਾਫੀ ਜ਼ਿਆਦਾ ਪੈਸੇ ਚਲੇ ਗਏ, ਜੋ ਉਹਨਾਂ ਨੂੰ ਬਾਅਦ ਵਿੱਚ ਸਮਝ ਆਇਆ ਕਿ ਉਹਨਾਂ ਦੇ ਨਾਲ ਫਰਾਡ ਹੋ ਗਿਆ ਹੈ। ਪੁਲਿਸ ਨੇ ਦੱਸਿਆ ਹੁਣ ਤੱਕ 20 ਵਿਅਕਤੀ ਅਜਿਹੇ ਸਾਹਮਣੇ ਆ ਚੁੱਕੇ ਨੇ ਜਨਵਰੀ 5 ਤੋਂ ਲੈ ਕੇ ਹੁਣ ਤੱਕ, ਜਿਨ੍ਹਾਂ ਦੇ ਨਾਲ $1100 ਤੋਂ ਲੈ ਕੇ $13,000 ਤੱਕ ਦਾ ਫਰਾਡ ਹੋਇਆ ਹੈ। ਕਰੀਬ $1 ਲੱਖ ਦਾ ਫਰਾਡ ਇਹਨਾਂ ਦੇ ਵੱਲੋਂ ਕੀਤਾ ਗਿਆ ਹੈ। ਸ਼ੱਕੀਆਂ ਦੇ ਬਾਰੇ ਜਾਣਕਾਰੀ ਦਿੱਤੀ ਗਈ ਹੈ ਕਿ ਇੱਕ ਵਿਅਕਤੀ ਹੈ ਜਿਸ ਦੀ ਉਮਰ 40 ਸਾਲ ਦੇ ਨੇੜੇ ਹੈ। ਉਸਨੇ ਕਾਲੇ ਕੱਪੜੇ ਪਾਏ ਹੋਏ ਨੇ, ਕਾਲੀ ਹੈਟ ਪਾਈ ਹੋਈ ਹੈ ਤੇ ਮੈਡੀਕਲ ਮਾਸਕ ਲਗਾਇਆ ਹੋਇਆ ਹੈ, ਤੇ ਇੱਕ ਨੌਜਵਾਨ ਜਿਸ ਦੀ ਉਮਰ 20 ਸਾਲ ਦੇ ਨੇੜੇ ਹੈ, ਜਿਸ ਨੇ ਕਿ ਇੱਕ ਜੈਕਟ ਪਾਈ ਹੋਈ ਹੈ, ਪਫੀ ਜੈਕਟ, ਟਿੰਬਰਲੈਂਡ ਦੇ ਬੂਟ ਪਾਏ ਹੋਏ ਨੇ, ਕਾਲੀ ਹੈਟ ਪਾਈ ਹੋਈ ਹੈ ਤੇ ਮੈਡੀਕਲ ਮਾਸਕ ਲਗਾਇਆ ਹੋਇਆ ਹੈ। ਇਹ ਵੀ ਦੱਸਿਆ ਗਿਆ ਕਿ 2014 ਮਾਡਲ ਨਿਸਾਨ ਐਲਟਿਮਾ ਗੱਡੀ ਹੈ ਇਹ, ਜਿਸ ਨੂੰ ਜੇਕਰ ਕੋਈ ਵੀ ਦੇਖਦਾ ਹੈ ਤਾਂ ਤੁਰੰਤ ਪੁਲਿਸ ਨੂੰ 911 ਕਰਕੇ ਜਾਣਕਾਰੀ ਦਿੱਤੀ ਜਾਵੇ। ਲੰਡਨ ਪੁਲਿਸ ਸਰਵਿਸ ਫਰਾਡ ਯੂਨਿਟ ਇਸ ਦੀ ਜਾਂਚ ਕਰ ਰਹੀ ਹੈ। 5196615515 ਦੇ ਉੱਤੇ ਸੰਪਰਕ ਕਰਕੇ ਅੱਗੇ ਐਕਸਟੈਂਸ਼ਨ 5257 ਦੀ ਵਰਤੋਂ ਕੀਤੀ ਜਾ ਸਕਦੀ ਹੈ ਜੇਕਰ ਕਿਸੇ ਨੇ ਵੀ ਪੁਲਿਸ ਨੂੰ ਇਸ ਦੇ ਬਾਰੇ ਜਾਣਕਾਰੀ ਦੇਣੀ ਹੈ। ਹੁਣ ਤੁਹਾਨੂੰ ਦੱਸਾਂਗੇ ਜੋ ਮੌਸਮ ਦੇ ਬਾਰੇ ਮੈਟਰੋ ਵੈਨਕੂਵਰ ਖੇਤਰ ਵਿੱਚ ਚੇਤਾਵਨੀ ਜਾਰੀ ਹੋਈ ਹੈ। ਜੇਕਰ ਤੁਸੀਂ ਆਪਣੇ ਫੋਨ ਦੇ ਉੱਤੇ ਵੀ ਵੈਦਰ ਰਿਪੋਰਟ ਦੇਖੋ ਤਾਂ ਉੱਥੇ এনवायरमेंट ਕੈਨੇਡਾ ਦੀ ਚੇਤਾਵਨੀ ਆ ਰਹੀ ਹੈ। ਮੌਸਮ ਨੂੰ ਲੈ ਕੇ ਵਾਰਨਿੰਗ ਜਾਰੀ ਕੀਤੀ ਹੋਈ ਹੈ। ਦਰਅਸਲ ਲਗਾਤਾਰ ਮੀਂਹ ਪੈਣ ਨੂੰ ਲੈ ਕੇ ਚੇਤਾਵਨੀ ਦਿੱਤੀ ਗਈ ਹੈ। ਜਿਵੇਂ ਕਿ ਤੁਹਾਨੂੰ ਕੱਲ ਵੀ ਅਸੀਂ ਜਾਣਕਾਰੀ ਦਿੱਤੀ ਸੀ ਕਿ ਸਟੈਨਲੇ ਪਾਰਕ ਵਿੱਚ ਜੋ ਹਾਲਾਤ ਬਣੇ ਕਿ ਉੱਥੇ ਨੁਕਸਾਨ ਵੀ ਹੋਇਆ, ਸਮੁੰਦਰ ਦੀਆਂ ਉੱਚੀਆਂ ਲਹਿਰਾਂ ਤੇ ਨਾਲ ਹੀ ਤੇਜ਼ ਹਵਾਵਾਂ ਦੇ ਕਰਕੇ, ਤੇ ਇਸ ਦੇ ਨਾਲ ਹੀ ਉੱਥੇ ਨੇੜੇ ਲੱਗਦੇ ਇੱਕ ਪੀਰ ਦਾ ਵੀ ਨੁਕਸਾਨ ਹੋਇਆ। ਤੇ ਇਸੇ ਨੂੰ ਲੈ ਕੇ ਇਹ ਵੀ ਕਿਹਾ ਜਾ ਰਿਹਾ ਹੈ ਕਿ ਜੋ ਇਸ ਸਮੇਂ ਲਗਾਤਾਰ ਤੇਜ਼ ਮੀਂਹ ਪਵੇਗਾ, ਜਿਸ ਦੇ ਬਾਰੇ ਪਹਿਲਾਂ ਤੋਂ ਮੌਸਮ ਵਿਭਾਗ ਨੇ ਅੰਦਾਜ਼ਾ ਲਗਾਇਆ ਹੈ, ਮੌਜੂਦਾ ਹਾਲਾਤ ਨੂੰ ਦੇਖਦੇ ਹੋਏ ਤਾਂ ਉਸ ਦੇ ਨਾਲ ਹੜ੍ਹ ਵਰਗੇ ਹਾਲਾਤ ਵੀ ਬਣ ਸਕਦੇ ਨੇ, ਜਿਸ ਸੰਬੰਧੀ ਧਿਆਨ ਰੱਖਣ ਦੇ ਲਈ ਕਿਹਾ ਜਾ ਰਿਹਾ ਹੈ। ਤੇ ਸ਼ਹਿਰਾਂ ਦੇ ਵਿੱਚ ਵੀ ਜਿਹੜੇ ਵੀ ਆਪੋ ਆਪਣੇ ਘਰਾਂ ਦੇ ਵਿੱਚ ਰਹਿ ਰਹੇ ਨੇ ਉਹਨਾਂ ਨੂੰ ਵੀ ਕਿਹਾ ਜਾ ਰਿਹਾ ਹੈ ਕਿ ਹੋ ਸਕੇ ਤਾਂ ਘਰ ਤੋਂ ਹੀ ਕੰਮ ਕੀਤਾ ਜਾਵੇ ਤੇ ਨਾਲ ਹੀ ਟਰੈਵਲ ਨਾ ਕੀਤਾ ਜਾਵੇ। ਇੱਕ ਤਾਂ ਵਿੱਚ ਬਰਫ਼ਬਾਰੀ ਵੀ ਹੋ ਰਹੀ ਹੈ ਤਾਂ ਨਾਲ ਹੀ ਤੇਜ਼ ਮੀਂਹ ਵੀ ਪੈ ਰਿਹਾ ਹੈ, ਤਾਂ ਇਸ ਮੌਕੇ ਜ਼ਿਆਦਾ ਜਦੋਂ ਠੰਡ ਪੈਂਦੀ ਹੈ ਤਾਂ ਬਲੈਕ ਆਈਸ ਵੀ ਬਣ ਜਾਂਦੀ ਹੈ, ਤਾਂ ਉਸ ਕਰਕੇ ਫਿਸਲਣ ਵੀ ਜ਼ਿਆਦਾ ਹੋ ਜਾਂਦੀ ਹੈ, ਤਾਂ ਖਤਰਾ ਬਣ ਜਾਂਦਾ ਹੈ। ਗੱਡੀਆਂ ਦੇ ਹਾਦਸਿਆਂ ਦੀ ਗਿਣਤੀ ਵੀ ਲਗਾਤਾਰ ਇਸੇ ਕਰਕੇ ਹੋਰ ਜ਼ਿਆਦਾ ਸਾਹਮਣੇ ਆ ਰਹੀ ਹੈ। ਅਜਿਹਾ ਨਾ ਹੋਵੇ ਤੇ ਨਾਲ ਹੀ ਹੜ੍ਹ ਵਰਗੇ ਕਿਤੇ ਹਾਲਾਤ ਜੇਕਰ ਬਣਦੇ ਹੋਏ ਦਿਖਾਈ ਦੇਣ ਤਾਂ ਉਸ ਮੌਕੇ ਕੋਈ ਕਿਤੇ ਸੜਕ ਦੇ ਉੱਤੇ ਹੀ ਨਾ ਫਸ ਜਾਵੇ, ਕਿਉਂਕਿ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਹਾਈਵੇ 1 ਨੂੰ ਕਈ ਹਿੱਸਿਆਂ ਤੋਂ ਬੰਦ ਕਰਨ ਦੇ ਬਾਰੇ ਵੀ ਤਾਜ਼ਾ ਐਲਾਨ ਕੀਤਾ ਗਿਆ ਹੈ, ਕਿਉਂਕਿ ਪਹਾੜਾਂ ਤੋਂ ਮਿੱਟੀ ਖਿਸਕਣ ਦੇ ਮਾਮਲੇ ਸਾਹਮਣੇ ਆਏ ਨੇ ਜਾਂ ਫਿਰ ਬਰਫ਼ ਖਿਸਕਣ ਦੇ ਮਾਮਲੇ ਸਾਹਮਣੇ ਆਏ ਨੇ, ਜਿਸ ਕਰਕੇ ਹਾਈਵੇ 1 ਦੇ ਕਈ ਹਿੱਸਿਆਂ ਨੂੰ ਬੰਦ ਕਰ ਦਿੱਤਾ ਗਿਆ ਹੈ। ਤੇ ਇਹੋ ਹਾਲਾਤ ਕੁਝ ਹੋਰ ਥਾਵਾਂ ਦੇ ਵਾਸਤੇ ਵੀ ਬਣ ਸਕਦੇ ਨੇ, ਜਿਸ ਦੇ ਲਈ ਪਹਿਲਾਂ ਤੋਂ ਕਿਹਾ ਜਾ ਰਿਹਾ ਹੈ ਕਿ ਤੁਸੀਂ ਇਸ ਸਮੇਂ ਜੇਕਰ ਜ਼ਰੂਰੀ ਨਹੀਂ ਹੈ ਤਾਂ ਸਿਰਫ ਬਾਹਰਲੇ ਪ੍ਰੋਵਿੰਸ ਜਾਂ ਫਿਰ ਬਾਹਰਲੇ ਦੇਸ਼ ਹੀ ਨਹੀਂ ਸਗੋਂ ਆਪਣੇ ਇੱਕ ਸ਼ਹਿਰ ਤੋਂ ਦੂਜੇ ਸ਼ਹਿਰ ਵਾਸਤੇ ਵੀ ਟਰੈਵਲ ਨਾ ਹੀ ਕਰੋ। ਖਾਸ ਤੌਰ ਤੇ ਬ੍ਰਿਟਿਸ਼ ਕੋਲੰਬੀਆ ਦੇ ਲੋਅਰ ਮੇਨਲੈਂਡ ਖੇਤਰ ਤੇ ਨਾਲ ਹੀ ਫਰੇਜ਼ਰ ਵੈਲੀ ਵਿੱਚ ਇਸ ਸਮੇਂ ਜੋ ਹਾਲਾਤ ਬਣੇ ਹੋਏ ਨੇ ਉਸ ਨੂੰ ਲੈ ਕੇ ਨਾ ਸਿਰਫ ਬ੍ਰਿਟਿਸ਼ ਕੋਲੰਬੀਆ ਸਰਕਾਰ ਤੋਂ ਅਧਿਕਾਰੀਆਂ ਨੇ ਸਗੋਂ ਵਾਤਾਵਰਣ ਵਿਭਾਗ ਤੋਂ ਵੀ ਚੇਤਾਵਨੀ ਜਾਰੀ ਹੋਈ ਹੈ। ਇਸ ਦੇ ਨਾਲ ਹੀ ਅੱਜ ਦੇ ਬੁਲੇਟਿਨ ਦੇ ਵਿੱਚ ਇੰਨਾ ਹੀ। ਤੁਹਾਨੂੰ ਇਹ ਵੀ ਦੱਸ ਦਈਏ ਕਿ ਫੇਸਬੁੱਕ ਪੇਜ ਹੈ ਜੋ PNCN ਦਾ, ਉੱਥੇ ਵੀ ਲਗਾਤਾਰ ਅਪਡੇਟ ਜਾਰੀ ਕੀਤੀਆਂ ਜਾਂਦੀਆਂ ਨੇ ਤੇ ਉਸ ਪੇਜ ਨੂੰ ਵੀ ਤੁਸੀਂ ਫੋਲੋ, ਲਾਈਕ ਤੇ ਸ਼ੇਅਰ ਕਰ ਸਕਦੇ ਹੋ। ਇਸ ਨਾਲ ਹੀ ਮੈਨੂੰ ਦਿਓ ਇਜਾਜ਼ਤ। ਸਤਿ ਸ਼੍ਰੀ ਅਕਾਲ।